आओ आप सब जन एक एक्ट ਨੂੰ ਦੇਖਾਂਗੇ ਪਲੇ ਨੂੰ ਦੇਖਾਂਗੇ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਹੋਇਆ ਇੱਕ ਹੰਨਾ ਨਾਂ ਦੀ ਇਸਤਰੀ ਜੋ ਕਿ ਬਾਂਝ ਸੀ ਔਰ ਉਹਦੀ ਸੌਤਨ ਪਨੀਨਾ ਜੋ ਉਹਨੂੰ ਹਰ ਰੋਜ਼ ਤਾਨੇ ਮਾਰਦੀ ਸੀ ਸਤਾਉਂਦੀ ਸੀ ਚਿੜਾਉਂਦੀ ਸੀ ਉਹਦੇ ਮੁਹੱਲੇ ਉਹਦੇ ਸ਼ਹਿਰ ਦੇ ਲੋਕ ਉਹਨੂੰ ਇਸੇ ਤਰ੍ਹਾਂ ਤਾਨਿਆਂ ਔਰ ਮਿਹਣਿਆਂ ਦੇ ਨਾਲ ਹੀ ਸਤਾਉਂਦੇ ਰਹਿੰਦੇ ਸੀ ਉਹ ਆਪਣੇ ਦੁੱਖ ਨੂੰ ਆਪਣੇ ਦਿਲ ਦੇ ਵਿੱਚ ਲੈ ਕੇ ਘੁੰਮਦੀ ਸੀ ਉਹਦੀ ਕੋਖ ਨੂੰ ਯਹੋਵਾ ਨੇ ਬੰਦ ਕੀਤਾ ਹੋਇਆ ਸੀ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਉਹ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੀ ਆ ਔਰ ਉਹਦੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ ਫਿਰ ਆਪਾਂ ਦੇਖਾਂਗੇ ਕਿ ਉਹ ਕਿਸ ਤਰ੍ਹਾਂ ਪ੍ਰਾਰਥਨਾ ਕਰਦੀ ਹੈ ਕਿ ਯਹੋਵਾ ਉਹਦੀ ਪ੍ਰਾਰਥਨਾ ਨੂੰ ਸੁਣਦਾ ਆ ਆਓ ਆਪਾਂ ਇਸ ਐਕਟ ਨੂੰ ਦੇਖਾਂਗੇ की हो गया भैन जे तेरे बच्चे ने हाथ ला लिया इन्ना गुस्सा क्यों कर दिया तेनू नहीं पता ये औरत बांझ है बांझ की किया बांझ मैं तो सुनिया है बांझ दा साया भी बुरा हुंदा तू अपने बच्चों नु तो दूर ही रख मैं इनु कितनी बार कहा कि मेरे बच्चों नु हाथ ना लगाया कर पर ये बांझ औरत मेरी एक भी गल नहीं मानदी है हाँ भैन तू अपने बच्चों नु इन्ना तो दूर ही रखया कर चल हुण असीं चलदे इत्थे माहौल तां सारा खराब हो गया बांझा ए 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 बांझा हे यहोवा परमेश्वर तू मेरी प्रार्थना नु सुन मेरे परमेश्वर हे यहोवा परमेश्वर तू मेरे दुख नु देख मेरे यहोवा परमेश्वर तू मेरी बिनती नु सुन मेरे परमेश्वर तू जब मेरी कक नू बन्निया होया ए मेरे यहोवा परमेश्वर ए क्यों मैनू ताने दिंदियां ने ए क्यों मैनू सतांदियां ने मेरे यहोवा परमेश्वर क्यों इहदियां सहेलियां भी मैनू ताने दिंदियां ने ए मेरे यहोवा परमेश्वर मेरी शर्मिंदगी नू दूर कर बस एक पुत्र मैनू दे मेरे यहोवा परमेश्वर ए मेरे यहोवा परमेश्वर बस एक पुत्र दे मेरी शर्मिंदगी नू दूर कर यहोवा तू नहीं दूर करेगा तो होर कौन करेगा ए यहोवा मैं किहड़े पाप कीते जो तेरी दासी दे उत्ते तेरी कृपा दृष्टि नहीं आ ए यहोवा मेरी शर्मिंदगी नू दूर कर मेरे परमेश्वर मेरे कान यहोवा परमेश्वर मेरे कान यहोवा परमेश्वर एक मां शब्द सुनन नू तरस गया ए मेरे यहोवा परमेश्वर मेरी दुहाई नू सुन मेरे परमेश्वर हे मेरे यहोवा परमेश्वर तो कद मेरी प्रार्थना नु सुने
ਆਓ ਬੱਚਿਓ, ਕਿੱਦਾਂ ਤੁਸੀਂ ਠੀਕ ਹੋ? ਦੇਖੋ ਤੁਹਾਡੇ ਲਈ ਇਹ ਫਲ ਫਰੂਟ ਲੈ ਕੇ ਆਇਆ, ਤੁਹਾਡੇ ਮਨਪਸੰਦ ਦੀਆਂ ਚੀਜ਼ਾਂ ਲੈ ਕੇ ਆਇਆ ਹਾਂ। ਦੇਖੋ ਬੱਚਿਓ, ਪਨਿੰਨਾ, ਹੰਨਾ ਕਿੱਥੇ ਆ? ਮੈਨੂੰ ਕੀ ਪਤਾ, ਇੱਥੇ ਕਿਤੇ ਹੋਣੀ ਆ। ਬੱਚਿਓ ਆ ਤੁਸੀਂ ਖਾਓ, ਤੁਹਾਡੇ ਮਨਪਸੰਦ ਦੀਆਂ ਚੀਜ਼ਾਂ ਲੈ ਕੇ ਆਇਆ ਹਾਂ। ਚਲੋ ਆਓ ਆਪਾਂ ਖਾਣਾ ਖਾਈਏ, ਤੁਸੀਂ ਥੱਕ ਗਏ ਹੋਵੋਗੇ। ਬਸ। ਹੰਨਾ, ਤੂੰ ਉਦਾਸ ਕਿਉਂ ਆ? ਹੇ ਮੇਰੇ ਸੁਆਮੀ, ਮੈਨੂੰ ਵੀ ਪੁੱਤਰ ਚਾਹੀਦਾ। ਦੇਖ ਮੇਰੀ ਸੋਤਣ ਮੈਨੂੰ ਤਾਨੀ ਦਿੰਦੀ ਆ। ਹੰਨਾ, ਦੇਖ ਕਰ ਯਹੋਵਾ ਪਰਮੇਸ਼ਰ ਨੇ ਤੇਰੀ ਕੁੱਖ ਨੂੰ ਬੰਦ ਕੀਤਾ ਹੋਇਆ ਹੈ। ਮੈਂ ਕੀ ਕਰ ਸਕਦਾ ਹਾਂ? ਪਰ ਯਹੋਵਾ ਪਰਮੇਸ਼ਰ ਉਹ ਆਪਣੇ ਵਾਅਦਿਆਂ ਦਾ ਪੱਕਾ ਪਰਮੇਸ਼ਰ ਆ, ਉਹ ਭਲਾ ਪਰਮੇਸ਼ਰ ਆ। ਇੱਕ ਦਿਨ ਜ਼ਰੂਰ ਉਹ ਆਪਣੀ ਪ੍ਰਾਰਥਨਾਵਾਂ ਨੂੰ ਸੁਣੇਗਾ ਤੇ ਜ਼ਰੂਰ ਆਪਾਂ ਨੂੰ ਦੇਵੇਗਾ। ਪਰ ਤੂੰ ਨਿਰਾਸ਼ ਨਾ ਹੋ, ਦੁਖੀ ਨਾ ਹੋ। ਆਓ ਆਪਾਂ ਖਾਣਾ ਖਾਈਏ। ਖਾਓ ਬੱਚਿਓ, ਖਾਣਾ ਖਾਓ, ਇਹ ਸਭ ਤੁਹਾਡੇ ਲਈ ਆ, ਖਾਓ। ਖਾਓ ਬੱਚਿਓ। ਹੰਨਾ, ਤੂੰ ਕੁਝ ਖਾ ਕਿਉਂ ਨਹੀਂ ਰਹੀ? ਉਦਾਸ ਕਿਉਂ ਆ ਤੂੰ? ਖਾਓ ਬੱਚਿਓ, ਜਲਦੀ ਖਾਓ, ਕਿਉਂਕਿ ਆਪਾਂ ਯਹੋਵਾ ਪਰਮੇਸ਼ਰ ਦੇ ਭਵਨ ਦੇ ਵਿੱਚ ਜਾਣਾ ਆ। ਆਪਾਂ ਭੇਂਟ ਲੈ ਕੇ ਜਾਣਾ ਆ। ਤਾਂ ਜੋ ਪਨਿੰਨਾ, ਹੰਨਾ, ਜਲਦੀ ਖਾਓ, ਤਾਂ ਜੋ ਆਪਾਂ ਲੰਬੀ ਯਾਤਰਾ ਆ, ਆਪਾਂ ਯਹੋਵਾ ਪਰਮੇਸ਼ਰ ਦੇ ਭਵਨ ਦੇ ਵਿੱਚ ਭੇਂਟ ਲੈ ਕੇ ਜਾਣਾ। ਆਪਾਂ ਜਲਦੀ ਜੀ ਖਾਓ ਸਵਾਮੀ ਬੱਚਿਓ। ਜੀ। ਮੈਨੂੰ ਵੀ ਖਿਲਾਓ ਆਪਣੇ ਹੱਥਾਂ। ਵਾਹ, ਦੁਨੀਆ ਦੀਆਂ ਸਾਰੀਆਂ ਸ਼ੌਹਰਤਾਂ ਤੇ ਦੌਲਤਾਂ ਇੱਕ ਪਾਸੇ, ਪਰ ਇੱਕ ਬੱਚੇ ਦੇ ਮੂੰਹੋਂ ਮਾਂ ਸ਼ਬਦ ਸੁਣਨ ਦਾ ਸਕੂਨ ਦੁਨੀਆ ਦੀ ਕਿਸੇ ਵੀ ਚੀਜ਼ ਵਿੱਚ ਨਹੀਂ ਆ। ਖਾਓ ਬੱਚਿਓ। ਆਓ ਆਪਾਂ ਯਹੋਵਾ ਪਰਮੇਸ਼ਰ ਦੇ ਭਵਨ ਦੇ ਵਿੱਚ ਭੇਂਟ ਦੇ ਲਈ ਚੱਲੀਏ। ਆਓ ਬੱਚਿਓ, ਆਪਾਂ ਯਹੋਵਾ ਪਰਮੇਸ਼ਰ ਦੇ ਭਵਨ ਦੇ ਵਿੱਚ ਧੰਨਵਾਦੀ ਭੇਂਟ ਚੜਾਉਣ ਦੇ ਲਈ ਚੱਲੀਏ। ਹੇ ਭੈਣ, ਜੇ ਤੂੰ ਥੱਕ ਚੁੱਕੀ ਆ, ਥੋੜੇ ਟਾਈਮ ਦੇ ਲਈ ਤੇਰੇ ਬੱਚੇ ਨੂੰ ਮੈਂ ਗੋਦ ਲੈ ਲਵਾਂ। ਹਨਾ, ਤੈਨੂੰ ਸਮਝ ਨਹੀਂ ਲੱਗਦੀ ਐ? ਮੈਂ ਤਾਂ ਆਪਣੇ ਬੱਚੇ ਦੇ ਉੱਪਰ ਤੇਰਾ ਪਰਛਾਵਾਂ ਵੀ ਨਹੀਂ ਪੈਣ ਦੇਣਾ। ਆਓ ਬੱਚਿਓ, ਯਹੋਵਾ ਭਲਾ ਪਰਮੇਸ਼ਰ ਆ। ਆਪਾਂ ਮੂਸਾ ਦੀ ਰੀਤੀ ਦੇ ਅਨੁਸਾਰ ਠਹਿਰਾਈਆਂ ਹੋਈਆਂ ਭੇਂਟਾਂ ਆਪਾਂ ਪਰਮੇਸ਼ਰ ਦੇ ਭਵਨ ਦੇ ਵਿੱਚ ਚੜਾਈਏ। ਆਓ ਬੱਚਿਓ, ਆਪਣੇ ਹੱਥਾਂ ਦੇ ਨਾਲ ਯਹੋਵਾ ਪਰਮੇਸ਼ਰ ਦੇ ਅੱਗੇ ਭੇਂਟਾਂ ਨੂੰ ਚੜਾਓ। ਆਓ ਯਹੋਵਾ ਪਰਮੇਸ਼ਰ ਦੀ ਵੇਦੀ ਦੇ ਅੱਗੇ ਆਪਣੀਆਂ ਭੇਂਟਾਂ ਨੂੰ ਚੜਾਓ। ਆਓ ਯਹੋਵਾ ਦਾ ਧੰਨਵਾਦ ਕਰੀਏ। ਹੇ ਯਹੋਵਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਇਆ ਦੇ ਲਈ, ਤੁਹਾਡੇ ਪ੍ਰੇਮ ਦੇ ਲਈ, ਜੋ ਆਪਣੇ ਧਰਮੀ ਲੋਕਾਂ ਦੇ ਉੱਤੇ ਸਦਾ ਬਣੀ ਰਹਿੰਦੀ ਹੈ। ਹੇ ਯਹੋਵਾ, ਅਸੀਂ ਤੇਰੇ ਭਵਨ ਦੇ ਵਿੱਚ ਆਏ ਹਾਂ। ਜਿਸ ਤਰ੍ਹਾਂ ਮੂਸਾ ਦੇ ਠਹਿਰਾਈਆਂ ਹੋਈਆਂ ਭੇਂਟਾਂ ਜੋ ਸਾਡੇ ਲਈ ਦਸੀਆਂ ਹੋਈਆਂ, ਉਹ ਭੇਂਟਾਂ ਨੂੰ ਅਸੀਂ ਤੇਰੀ ਵੇਦੀ ਦੇ ਅੱਗੇ ਲੈ ਕੇ ਆਏ ਹਾਂ। ਇਹਨਾਂ ਨੂੰ ਕਬੂਲ ਕਰੋ। ਅਸੀਂ ਤੁਹਾਡੇ ਅੱਗੇ ਇਹਨਾਂ ਭੇਂਟਾਂ ਨੂੰ ਅਰਪਣ ਕਰਦੇ ਹਾਂ। ਆਮੀਨ। ਆਓ ਬੱਚਿਓ, ਯਹੋਵਾ ਭਲਾ ਪਰਮੇਸ਼ਰ ਆ। ਇਸੇ ਤਰ੍ਹਾਂ ਯਹੋਵਾ ਨੂੰ ਧੰਨਵਾਦ ਦੀਆਂ ਭੇਂਟਾਂ ਦੇਣੀਆਂ ਚਾਹੀਦੀਆਂ। ਇਹ ਬਾਂਝ ਹੈ, ਇਹ ਬਾਂਝ ਹੈ।
ਪਰਮੇਸ਼ਵਰ, ਮੇਰੇ ਤੇ ਅਨੁਗ੍ਰਹਿ ਕਰ ਯਹੋਵਾ ਪਰਮੇਸ਼ਵਰ। हे यहोवा परमेश्वर, तू अपनी दासी ते कृपा दृष्टि कर मेरे परमेश्वर। हे मेरे यहोवा परमेश्वर, तू ਹਿਰਦਿਆਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ, ਮਨਾਂ ਨੂੰ ਬਦਲਣ ਵਾਲਾ ਪਰਮੇਸ਼ਰ ਹੈ। हे मेरे परमेश्वर, ਅੱਜ ਤੂੰ ਮੇਰੇ ਮਨ ਨੂੰ ਬਦਲ ਦਿੱਤਾ। हे मेरे परमेश्वर, मैं जान चुकी हाँ जो मैं मंगिया मैं क्यों नहीं पाया, क्योंकि पिता मैं अपने स्वार्थ दे लिए मंग रही सी। हे मेरे परमेश्वर, मैं तेरी मर्जी नु नहीं जानिया। हे मेरे परमेश्वर, मैं तेरी मर्जी नु नहीं जानिया मेरे परमेश्वर। हे यहोवा परमेश्वर, अपनी दासी ते अनुग्रह कर मेरे परमेश्वर। जे तू अज अपनी दासी ते अनुग्रह करे मेरे परमेश्वर, ता मेरे पिता जो तू अपनी दासी नु संतान देवेगा, ए मेरे यहोवा परमेश्वर, मैं वो तेरे भवन दे विच दे दवांगी मेरे यहोवा परमेश्वर। मैं तेरे भवन दे विच अर्पण कर दवांगी मेरे यहोवा परमेश्वर। ए मेरे यहोवा परमेश्वर, अपनी दासी दी कृपा दृष्टि कर। मैं अपने गुनाहां दा पश्चाताप करदी हां मेरे परमेश्वर। हे मेरी बेटी, किन्ना चिर तू नशे दे विच मस्त रवेंगी, किन्ना चिर तू अपने आप ਨੂੰ ਨਸ਼ੇ ਦੇ ਵਿੱਚੋਂ ਬਾਹਰ ਨਹੀਂ ਕੱਢੇਂਗੀ। हे मेरी बेटी, ਨਸ਼ੇ ਦੇ ਵਿੱਚੋਂ ਬਾਹਰ ਵਾ, ਇਸ ਮਸਤੀ ਦੇ ਵਿੱਚੋਂ ਬਾਹਰ ਵਾ, ਇਸ ਨਸ਼ੇ ਦੇ ਵਿੱਚੋਂ ਜੋ ਤੂੰ ਮੈਂ ਪੀਤੀ ਹੋਈ ਆ ਉਹਦੇ ਵਿੱਚੋਂ ਤੂੰ ਬਾਹਰ ਨਿਕਲ। हे मेरे प्रभु, मैं कोई अमल विच नहीं हाँ। हे मेरे प्रभु, मैं तां एक दुखी इस्त्री हाँ। तू अपनी दासी नू, हे मेरे प्रभु, तू अपनी दासी नू शैतान दी धी ना जान। हे मेरे प्रभु, मैं तां अपने दिल नू यहोवा दे अगे डोल दिता आ। हे मेरी बेटी, सुख और शांति दे नाल चली जा। इज़राइल दा परमेश्वर यहोवा तेरे नाल होवेगा। यहोवा दी दया सदा तेरे उत्ते बनी रहेगी, ओदी करुणा सदा तेरे नाल नाल रहेगी। जा शांति और आनंद करदी हुई अपने घर नू चली जा। हे मेरे प्रभु, ਤੁਹਾਡੇ ਵਚਨ ਦੇ ਅਨੁਸਾਰ ਤੁਹਾਡੀ ਦਾਸੀ ਤੇ ਕਿਰਪਾ ਹੋਵੇ। यहोवा दी दया सदा तेरे उत्ते तेरे परिवार दे उत्ते बनी रहे। ਪਨਿੰਨਾ, ਹੰਨਾ ਕਿੱਥੇ ਆ? ਮੈਨੂੰ ਨਹੀਂ ਪਤਾ ਉਹ ਕਿੱਥੇ ਆ। ਹੰਨਾ, ਤੂੰ ਇੰਨੀ ਆਨੰਦਿਤ ਕਿਉਂ ਆ? हे मेरे स्वामी, यहोवा ने मेरी प्रार्थना ਨੂੰ ਸੁਣ ਲਿਆ ਹੈ। ਹਾਂ, ਉਹ ਯਹੋਵਾ ਸਾਡੀ ਪ੍ਰਾਰਥਨਾ ਨੂੰ ਸੁਣਨ ਵਾਲਾ ਪਰਮੇਸ਼ਰ ਹੈ। ਉਹ ਆਪਣੇ ਧਰਮੀ ਜਨਾਂ ਦੀ ਪ੍ਰਾਰਥਨਾ ਨੂੰ ਤੁਛ ਨਹੀਂ ਜਾਣਦਾ। ਜ਼ਰੂਰ ਯਹੋਵਾ ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਨੂੰ ਸੁਣਿਆ ਹੈ। ਕਿੱਦਾਂ ਭੈਣ, ਕਿੱਦਾਂ ਰਹੀ ਤੇਰੀ ਯਾਤਰਾ? ਯਾਤਰਾ ਤਾਂ ਬਹੁਤ ਵਧੀਆ ਸੀ, ਪਰ ਆ ਹੰਨਾ ਨੂੰ ਪਤਾ ਨਹੀਂ ਕੀ ਹੋ ਗਿਆ। ਅੱਜ ਕੱਲ ਬੜਾ ਹੱਸਦੀ ਹੈ, ਕਹਿੰਦੀ ਕਿ ਯਹੋਵਾ ਨੇ ਮੇਰੀ ਸੁਣ ਲਈ ਹੈ, ਕਿ ਯਹੋਵਾ ਨੇ ਇੱਕ ਬਾਂਝ ਦੀ ਸੁਣ ਲਈ ਹੈ। ਨਾ ਭੈਣ, ਬਾਂਝ ਦੀ ਪ੍ਰਾਰਥਨਾ ਯਹੋਵਾ ਕਿੱਦਾਂ ਸੁਣ ਸਕਦਾ ਆ? ਤੂੰ ਬਹੁਤੀ ਉਹਦੀ ਫਿਕਰ ਨਾ ਕਰਿਆ ਕਰ, ਉਹ ਤਾਂ ਬਾਂਝ ਆ, ਉਹ ਤਾਂ ਐਵੇਂ ਬੋਲਦੀ ਆ। ਠੀਕ ਆ ਭੈਣ। ਹਾਂ
ਚੱਲ ਹੁਣ ਅਸੀਂ ਚੱਲਦੇ ਆਂ। ਠੀਕ ਆ ਭੈਣ। ਯਹੋਵਾ ਦਾ ਧੰਨਵਾਦ ਹੋ ਜੋ ਉਸਨੇ ਮੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ। ਯਹੋਵਾ ਦਾ ਧੰਨਵਾਦ ਹੋ ਜੋ ਉਸਨੇ ਮੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ। ਆਓ ਆਪਾਂ ਦੇਖਾਂਗੇ ਕਿ ਜਿਸ ਤਰ੍ਹਾਂ ਹੰਨਾ ਪਹਿਲਾਂ ਪ੍ਰਾਰਥਨਾ ਕਰਦੀ ਸੀ, ਉਹ ਪਨਿੰਨਾ ਦੇ ਕੁੜਕੁੜਾਉਣ ਕਰਕੇ ਮੰਗਦੀ ਸੀ ਕਿ ਆਪਣੀ ਪ੍ਰਾਰਥਨਾ ਨੂੰ ਉਹ ਯਹੋਵਾ ਪਰਮੇਸ਼ਰ ਦੇ ਅੱਗੇ ਇਸ ਤਰ੍ਹਾਂ ਰੱਖਦੀ ਸੀ ਕਿ ਜਿਹੜੀਆਂ ਸਹੇਲੀਆਂ ਮੈਨੂੰ ਚਿੜਾਨੀਆਂ ਆ, ਜਿਹੜੀਆਂ ਸਹੇਲੀਆਂ ਮੈਨੂੰ ਮਿਹਣੇ ਮਾਰਦੀਆਂ ਕਿ ਯਹੋਵਾ ਉਹਨਾਂ ਦੇ ਮੂੰਹ ਬੰਦ ਹੋਣ, ਤੂੰ ਮੈਨੂੰ ਪੁੱਤਰ ਦੇ, ਉਹ ਕੁੜਕੁੜਾ ਕੇ ਪਰਮੇਸ਼ਰ ਦੇ ਕੋਲੋਂ ਮੰਗਦੀ ਸੀ ਤੇ ਪਰਮੇਸ਼ਰ ਨੇ ਉਹਨੂੰ ਨਹੀਂ ਦਿੱਤਾ। ਆਓ ਆਪਾਂ ਦੇਖਾਂਗੇ ਜਦੋਂ ਹੰਨਾ ਨੇ ਆਪਣੀ ਪ੍ਰਾਰਥਨਾ ਨੂੰ ਬਦਲਿਆ, ਜਦੋਂ ਆਪਣੀ ਪ੍ਰਾਰਥਨਾ ਨੂੰ ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕੀਤਾ ਤੇ ਯਹੋਵਾ ਪਰਮੇਸ਼ਰ ਦੀ ਮਹਿਮਾ ਲਈ ਮੰਗਣਾ ਸ਼ੁਰੂ ਕੀਤਾ। ਆਓ ਆਪਾਂ ਦੇਖਾਂਗੇ ਯਹੋਵਾ ਪਰਮੇਸ਼ਰ ਨੇ ਕੀ ਹੰਨਾ ਦੀ ਜ਼ਿੰਦਗੀ ਦੇ ਵਿੱਚ ਕੀਤਾ। ਹੇ ਮੇਰੇ ਸੁਆਮੀ, ਦੇਖੋ ਕਿੰਨਾ ਸੋਹਣਾ ਪੁੱਤਰ ਹੈ। ਹਾਂ, ਇਹ ਯਹੋਵਾ ਪਰਮੇਸ਼ਰ ਨੇ ਦਿੱਤਾ ਆ। ਇਹ ਤੇਰੀ ਪ੍ਰਾਰਥਨਾਵਾਂ ਦਾ ਉੱਤਰ ਆ ਹੰਨਾ, ਇਹ ਯਹੋਵਾ ਪਰਮੇਸ਼ਰ ਨੇ ਦਿੱਤਾ ਆ। ਜੀ ਮੇਰੇ ਸੁਆਮੀ, ਆਓ ਆਪਾਂ ਇਸ ਦਾ ਨਾਮ ਰੱਖੀਏ। ਇਸ ਦਾ ਨਾਮ ਸੈਮੂਅਲ ਰੱਖਦੇ ਹਾਂ। ਹਾਂ, ਸੈਮੂਅਲ, ਇਹ ਪਰਮੇਸ਼ਰ ਦਾ ਨਬੀ ਹੋਵੇਗਾ। ਸੈਮੂਅਲ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਵੇਗਾ। ਯਹੋਵਾ ਦਾ ਧੰਨਵਾਦ ਹੋ ਜੋ ਨੇ ਮੇਰੀ ਸੁਧੀ ਲਈ ਹੈ। ਇਹ ਭੈਣ, ਇਹ ਉਹੀ ਔਰਤ ਨਹੀਂ ਆ ਜਿਹੜੀ ਬਾਂਝ ਸੀਗੀ? ਹਾਂ ਭੈਣ ਉਹੀ ਆ, ਪਰ ਇਹਦੇ ਹੱਥ 'ਚ ਬੱਚਾ ਕਿਹਦਾ ਆ? ਹਾਂ ਭੈਣ, ਆ ਜਾ ਚੱਲ ਇਹ ਤੋਂ ਪੁੱਛਦੇ ਆ। ਹਾਂ ਹਾਂ ਚੱਲ। ਇਹ ਭੈਣ, ਆ ਤੇਰੇ ਕੋਲ ਬੱਚਾ ਕਿਹਦਾ ਆ? ਭੈਣ, ਯਹੋਵਾ ਨੇ ਮੇਰੀ ਸੁਣੀ ਹੈ ਔਰ ਯਹੋਵਾ ਨੇ ਮੈਨੂੰ ਇਹ ਪੁੱਤਰ ਦਿੱਤਾ ਹੈ। ਤੂੰ ਇਹਦਾ ਨਾਮ ਕੀ ਰੱਖਿਆ ਏ? ਇਸ ਦਾ ਨਾਮ ਸੈਮੂਅਲ ਹੈ ਤੂੰ ਇਸ ਦਾ ਨਾਮ ਸੈਮੂਅਲ ਕਿਉਂ ਰੱਖਿਆ? ਕਿਉਂਕਿ ਇਹ ਯਹੋਵਾ ਨੇ ਮੈਨੂੰ ਦਿੱਤਾ ਹੈ। ਅੱਛਾ ਭੈਣ, ਸਾਨੂੰ ਮਾਫ ਕਰ। ਸੱਚਮੁੱਚ ਤੇਰਾ ਪਰਮੇਸ਼ਵਰ ਮਹਾਨ ਆ। ਸੱਚਮੁੱਚ ਤੇਰਾ ਪਰਮੇਸ਼ਵਰ ਜ਼ਿੰਦਾ ਆ, ਜਿਹਨੇ ਤੈਨੂੰ ਇਹ ਸੰਤਾਨ ਦਿੱਤੀ, ਜਿਹਨੇ ਇੱਕ ਬਾਂਝ ਦੀ ਪ੍ਰਾਰਥਨਾ ਸੁਣੀ। ਸੱਚਮੁੱਚ ਭੈਣ, ਤੇਰਾ ਪਰਮੇਸ਼ਵਰ ਮਹਾਨ ਆ। ਹਾਂ ਭੈਣ, ਸਾਨੂੰ ਮਾਫ ਕਰ ਦੇ, ਤੇਰਾ ਪੁੱਤਰ ਬਹੁਤ ਸੋਹਣਾ ਆ। ਚੱਲ ਹੁਣ ਅਸੀਂ ਚੱਲਦੇ ਆਂ। ਮੇਰਾ ਦਿਲ ਯਹੋਵਾ ਦੇ ਕਾਰਨ ਆਨੰਦਿਤ ਹੈ। ਮੇਰਾ ਦਿਲ ਯਹੋਵਾ ਦੇ ਵਿੱਚ ਬਾਗ-ਬਾਗ ਹੋਇਆ ਹੈ। ਮੈਂ ਅੱਜ ਬਹੁਤ ਆਨੰਦਿਤ ਹਾਂ। ਅੱਜ ਮੈਂ ਬਹੁਤ ਆਨੰਦਿਤ ਹਾਂ। ਇਸ ਤਰ੍ਹਾਂ ਪਰਮੇਸ਼ਰ ਨੇ ਹੰਨਾ ਨੂੰ ਪੁੱਤਰ ਦਿੱਤਾ ਕਿ ਜਦੋਂ ਅਸੀਂ ਆਪਣੀ ਪ੍ਰਾਰਥਨਾ ਨੂੰ ਪਰਮੇਸ਼ਰ ਦੇ ਅਨੁਸਾਰ ਕਰਦੇ ਹਾਂ, ਜਦੋਂ ਅਸੀਂ ਆਪਣੇ ਸ਼ਬਦਾਂ ਨੂੰ ਪਰਮੇਸ਼ਰ ਦੇ ਅੱਗੇ ਦੀਨਤਾ ਨਾਲ ਉੰਡੇਲਦੇ ਹਾਂ, ਉਹ ਸਾਡੀ ਪ੍ਰਾਰਥਨਾ ਨੂੰ ਸੁਣਦਾ ਆ, ਉਹ ਸਾਡੀਆਂ ਮੰਨਤਾਂ ਨੂੰ ਪੂਰਾ ਕਰਦਾ ਆ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਪਹਿਲੋਟਾ ਪਰਮੇਸ਼ਰ ਦਾ ਹੁੰਦਾ ਸੀਗਾ ਤੇ ਜਦੋਂ ਹੰਨਾ ਨੇ ਪਰਮੇਸ਼ਰ ਦੇ ਲਈ ਮੰਗਿਆ ਕਿ ਪ੍ਰਭੂ ਮੈਂ ਤੇਰੇ ਭਵਨ ਦੇ ਵਿੱਚ ਉਸ ਬੱਚੇ ਨੂੰ ਦਵਾਂਗੀ। ਭਵਨ ਦੇ ਵਿੱਚ ਦੇਣ ਦਾ ਮਤਲਬ ਕੀ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਮੰਨਤਾਂ ਮੰਗਦੇ ਹੁੰਦੇ ਸੀਗੇ ਕਿ ਜੋ ਯਹੋਵਾ ਪਰਮੇਸ਼ਰ ਮੇਰੀ ਜ਼ਿੰਦਗੀ 'ਚ ਕਰੇਗਾ ਤੇ ਉਸ ਦੇ ਵਿੱਚੋਂ ਮੈਂ ਯਹੋਵਾ ਨੂੰ ਭੇਂਟ ਦਵਾਂਗਾ। ਤੇ ਪਹਿਲੋਟੇ ਉਹ ਪਰਮੇਸ਼ਰ ਨੂੰ ਦਿੱਤੇ ਜਾਂਦੇ ਸੀ ਤੇ ਪਹਿਲੋਟਿਆਂ ਦਾ ਪਦ ਵੀ ਭਰਾਵਾਂ ਦੇ ਵਿੱਚੋਂ ਵੱਡਾ ਹੁੰਦਾ ਸੀਗਾ। ਆਓ ਆਪਾਂ ਦੇਖਾਂਗੇ ਜਦੋਂ ਪਰਮੇਸ਼ਰ ਨੇ ਹੰਨਾ ਦੀ ਮੰਨਤ ਨੂੰ ਪੂਰਾ ਕੀਤਾ ਤੇ ਹੰਨਾ ਨੇ ਵੀ ਆਪਣੇ ਕਹੇ ਹੋਏ ਵਚਨ ਦੇ ਅਨੁਸਾਰ ਪਰਮੇਸ਼ਰ ਦੇ ਭਵਨ ਦੇ ਵਿੱਚ ਸੈਮੂਅਲ ਨੂੰ ਲੈ ਕੇ ਗਈ। ਆਓ ਆਪਾਂ ਦੇਖਾਂਗੇ ਕਿ ਕਿੱਦਾਂ ਉਹਨੇ ਪਰਮੇਸ਼ਰ ਦੇ ਭਵਨ ਦੇ ਵਿੱਚ ਆਪਣੇ ਬੇਟੇ ਨੂੰ ਦਾਸ ਦੇ ਕੋਲ ਅਰਪਣ ਕੀਤਾ। ਹੇ ਮੇਰੇ ਸੁਆਮੀ, ਮੈਂ ਜੋ ਯਹੋਵਾ ਦੇ ਭਵਨ ਦੇ ਵਿੱਚ ਮੰਨਤ ਮੰਗੀ ਸੀ, ਅੱਜ ਉਹਦੇ ਪੂਰਾ ਕਰਨ ਦਾ ਟਾਈਮ ਆ ਚੁੱਕਾ ਆ। ਹਾਂ ਹੰਨਾ, ਜੋ ਤੂੰ ਪਰਮੇਸ਼ਰ ਦੇ ਕੋਲੋਂ ਮੰਗਿਆ ਉਹ ਪਰਮੇਸ਼ਰ ਨੇ ਤੈਨੂੰ ਦਿੱਤਾ ਆ। ਉਹ ਮੰਨਤਾਂ ਦਾ ਪਰਮੇਸ਼ਰ ਆ, ਉਹ ਆਪਣੇ ਮੰਗਣ ਵਾਲਿਆਂ ਨੂੰ ਦਿੰਦਾ ਆ। ਉਹ ਵਫਾਦਾਰ ਪਰਮੇਸ਼ਰ ਆ। ਆਓ ਜੋ ਤੂੰ ਮੰਨਤ ਮੰਗੀ ਸੀ, ਆਪਾਂ ਮੰਨਤ ਦੇ ਅਨੁਸਾਰ ਸੈਮੂਅਲ ਨੂੰ ਪਰਮੇਸ਼ਰ ਦੇ ਭਵਨ ਦੇ ਵਿੱਚ ਭੇਂਟ ਚੜਾਉਣ ਦੇ ਲਈ ਚੱਲੀਏ।
हे मेरे बेटे, हे मेरी बेटी, ਤੁਸੀਂ ਕੌਣ ਹੋ? ਤੁਸੀਂ ਕਿੱਥੋਂ ਆਏ ਹੋ? हे ਮੇਰੇ ਪ੍ਰਭੂ, ਕੀ ਤੁਹਾਨੂੰ ਯਾਦ ਨਹੀਂ ਮੈਂ ਉਹੀ ਦੁਖੀ ਔਰਤ ਹਾਂ ਜੋ ਤੁਹਾਡੇ ਭਵਨ ਦੇ ਵਿੱਚ ਰੋ ਰੋ ਕੇ ਪ੍ਰਾਰਥਨਾ ਕਰ ਰਹੀ ਸੀ ਔਰ ਯਹੋਵਾ ਨੇ ਮੇਰੀ ਸੁਣੀ ਔਰ ਯਹੋਵਾ ਨੇ ਮੈਨੂੰ ਇੱਕ ਪੁੱਤਰ ਦਾ ਵਰਦਾਨ ਦਿੱਤਾ ਜੋ ਮੈਂ ਆਪਣੇ ਕਹੇ ਅਨੁਸਾਰ ਇਸ ਪੁੱਤਰ ਨੂੰ ਯਹੋਵਾ ਦੇ ਭਵਨ ਦੇ ਵਿੱਚ ਅਰਪਣ ਕਰਨ ਆਈ ਹਾਂ। ਮੁਬਾਰਕ ਹੋਵੇ ਤੇਰਾ ਪਰਮੇਸ਼ਰ ਯਹੋਵਾ। ਏ ਮੇਰੀ ਬੇਟੀ, ਤੂੰ ਪਰਮੇਸ਼ਰ ਦੇ ਨਾਲ ਵਫਾਦਾਰੀ ਦਿਖਾਈ ਆ। ਯਹੋਵਾ ਤੇਰੀ ਇਸ ਵਫਾਦਾਰੀ ਦਾ ਤੈਨੂੰ ਪ੍ਰਤੀਫਲ ਦੇਵੇਗਾ। ਉਹ ਤੇਰੇ ਵਾਅਦੇ ਦੇ ਉੱਤੇ ਵਾਅਦਾ ਕਰੇਗਾ, ਤੇਰੀ ਆਸ਼ੀਸ਼ ਦੇ ਉੱਤੇ ਆਸ਼ੀਸ਼ ਦੇਵੇਗਾ। ਤੂੰ ਸਦਾ ਆਨੰਦਿਤ ਰਵੇਂ, ਤੂੰ ਸਦਾ ਖੁਸ਼ ਰਵੇਂ। ਵਫਾਦਾਰ ਪਰਮੇਸ਼ਰ ਤੇਰੇ ਨਾਲ ਵਫਾਦਾਰ ਰਵੇ। ਉਸ ਤੋਂ ਬਾਅਦ ਸੈਮੂਅਲ ਇਹ ਪਰਮੇਸ਼ਰ ਦੇ ਭਵਨ ਦੇ ਵਿੱਚ ਸਦਾ ਲਈ ਸੇਵਾ ਕਰੇਗਾ। ਇਹ ਪਰਮੇਸ਼ਰ ਦੇ ਭਵਨ ਦੇ ਵਿੱਚ ਰਹੇਗਾ। ਮੰਮਾ ਤੁਸੀਂ ਨਹੀਂ ਮੇਰੇ ਨਾਲ ਰਹਿਣਾ? ਨਹੀਂ ਮੇਰੇ ਪੁੱਤ, ਅੱਜ ਤੋਂ ਪਰਮੇਸ਼ਰ ਦੇ ਦਾਸ ਤੇਰੇ ਪਿਤਾ ਨੇ ਤੇ ਪੁੱਤਰ ਪਰਮੇਸ਼ਰ ਦਾ ਭਵਨ ਹੀ ਤੇਰਾ ਘਰ ਆ। ਆਓ ਆਪਾਂ ਦੇਖਾਂਗੇ ਜਿਸ ਤਰ੍ਹਾਂ ਹੰਨਾ ਨੇ ਆਪਣੀ ਮੰਨਤ ਨੂੰ ਪੂਰਾ ਕੀਤਾ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ, ਅਗਰ ਤੂੰ ਮੰਨਤ ਮੰਗੇ ਤਾਂ ਤੂੰ ਉਸ ਮੰਨਤ ਨੂੰ ਪੂਰਾ ਕਰ। ਆਸਾਨ ਨਹੀਂ ਸੀ ਆਪਣੇ ਬੇਟੇ ਨੂੰ ਪਰਮੇਸ਼ਰ ਦੇ ਭਵਨ ਦੇ ਵਿੱਚ ਦੇਣਾ, ਉਹ ਵੀ ਇੱਕ ਬਾਂਝ ਹੋਣ ਦੇ ਬਾਵਜੂਦ ਜੋ ਖੁਦਾ ਨੇ ਉਹਨੂੰ ਇੱਕ ਲੌਤਾ ਦਿੱਤਾ ਸੀਗਾ। ਪਰ ਜਦੋਂ ਹੰਨਾ ਨੇ ਖੁਦਾ ਦੇ ਭਵਨ ਦੇ ਵਿੱਚ ਆਪਣੀ ਮੰਨਤ ਦੇ ਅਨੁਸਾਰ ਸੈਮੂਅਲ ਨੂੰ ਚੜਾਇਆ, ਖੁਦਾ ਨੇ ਉਹਦੀ ਭੇਂਟ ਦੇ ਬਦਲੇ ਉਹਨੂੰ ਦੁੱਗਣੀ ਚੌਗਣੀ ਆਸ਼ੀਸ਼ ਦਿੱਤੀ ਤੇ ਖੁਦਾ ਨੇ 5 ਹੋਰ ਹੰਨਾ ਨੂੰ ਬੱਚੇ ਦਿੱਤੇ। ਆਓ ਆਪਾਂ ਦੇਖਾਂਗੇ ਕਿਸ ਤਰ੍ਹਾਂ ਖੁਦਾ ਨੇ ਹੰਨਾ ਨੂੰ ਦੁੱਗਣੀ ਆਸ਼ੀਸ਼ ਦੇ ਨਾਲ ਪ੍ਰਭੂ ਨੇ ਉਹਨਾਂ ਨੂੰ ਆਸ਼ੀਸ਼ਿਤ ਕੀਤਾ। ਯਹੋਵਾ ਬੇਔਲਾਦੀਮੀ ਦੇ ਘਰ ਨੂੰ ਬਸਾਉਣ ਵਾਲਾ ਪਰਮੇਸ਼ਰ ਹੈ ਤੇ ਉਹਨੂੰ ਬੱਚਿਆਂ ਦੀ ਮਾਂ ਬਣਾ ਕੇ ਆਨੰਦਿਤ ਕਰਨ ਵਾਲਾ ਪਰਮੇਸ਼ਰ ਹੈ। ਯਹੋਵਾ ਨੇ ਮੇਰੀ ਸਤੁਤੀ ਲਈ, ਮੇਰਾ ਦਿਲ ਯਹੋਵਾ ਦੇ ਵਿੱਚ ਆਨੰਦਿਤ ਹੈ। ਹਾਲੇਲੂਇਆ, ਹਾਲੇਲੂਇਆ। ਸੱਚਮੁੱਚ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆ, ਉਹ ਬਾਂਝ ਨੂੰ ਲੜਕਿਆਂ ਦੀ ਆਨੰਦ ਕਰਨ ਵਾਲੀ ਮਾਤਾ ਬਣਾਉਂਦਾ ਆ। ਉਹ ਆਪਣੇ ਵਾਅਦਿਆਂ ਦਾ ਸੱਚਾ ਪਰਮੇਸ਼ਰ ਆ, ਉਹ ਪਵਿੱਤਰ ਪਰਮੇਸ਼ਰ, ਉਹ ਧਰਮੀ ਪਰਮੇਸ਼ਰ ਆ।